ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਭਗਤ ਕਬੀਰ ਜੀ, ਜਿਨ੍ਹਾਂ ਨੇ ਕਦੇ ਵੀ ਰਾਮ ਦੇ ਨਾਮ ਨੂੰ ਨਹੀਂ ਛੱਡਿਆ। ਕਿਸੇ ਸਮਾਂ ਤੇ ਉਹਨਾਂ ਦੇ ਘਰ ਦੇ ਵਿੱਚ ਖਾਣਾ ਵੀ ਨਹੀਂ ਹੁੰਦਾ ਸੀ, ਭੁੱਖੇ ਹੀ ਸੋ ਜਾਂਦੇ ਸੀ। ਸਾਰਿਆਂ ਨੂੰ ਪਤਾ ਸੀ ਕਿ ਭਗਤ ਕਬੀਰ ਕੋ ਜੇ ਕੁਝ ਹੈ ਵੀ ਖਾਣ ਨੂੰ, ਉਹ ਵੀ ਸਾਧੂ ਸੰਤਾਂ ਨੂੰ ਦਾਨ ਕਰ ਦਿੰਦੇ ਸੀ। ਇਹ ਉਹਨਾਂ ਦੀ ਵਡਿਆਈ ਸੀ। ਆਪਣੇ ਰਾਮ ਤੇ ਪੂਰਾ ਭਰੋਸਾ ਸੀ। ਚੁੱਲ੍ਹਾ ਠੰਡਾ ਹੋਣ ਕਰਕੇ ਨਾ ਆਪ ਖਾਂਦੇ ਸੀ, ਨਾ ਕਿਸੇ ਨੂੰ ਖਵਾਉਂਦੇ ਸੀ। ਕੀ ਕਰਨ? ਇੱਕ ਦਿਨ ਕਬੀਰ ਬਹੁਤ ਉਦਾਸ ਹੋਏ। ਉਹਨਾਂ ਨੇ ਦੇਖਿਆ ਵੀ ਮੈਂ ਤੇ ਕੁਝ ਖਾਧਾ ਨਹੀਂ 2 ਦਿਨਾਂ ਤੋਂ, ਪਰ ਜਿਹੜੇ ਮੇਰੇ ਘਰ ਸਾਧੂ ਆਏ ਨੇ ਰੱਬ ਦਾ ਰੂਪ ਬਣ ਕੇ, ਉਹਨਾਂ ਨੂੰ ਵੀ ਮੈਂ ਕੁਝ ਦੇ ਨਹੀਂ ਪਾ ਰਿਹਾ। ਇਹ ਤੇ ਚੰਗੀ ਗੱਲ ਨਹੀਂ ਹੈ। ਮੇਰੇ ਘਰੋਂ ਕੋਈ ਵੀ ਭੁੱਖਾ ਚਲਾ ਜਾਵੇ ਚੰਗਾ ਨਹੀਂ ਹੈ, ਕਿਉਂਕਿ ਜੋ ਵੀ ਅਤਿਥੀ ਘਰ ਵਿੱਚ ਆਉਂਦਾ ਹੈ, ਜੋ ਵੀ ਮਹਿਮਾਨ ਘਰ ਵਿੱਚ ਆਉਂਦਾ ਹੈ, ਉਹ ਰੱਬ ਦਾ ਰੂਪ ਹੁੰਦਾ ਹੈ। ਬਹੁਤ ਉਦਾਸ ਹੋ ਗਏ। ਉਹਨਾਂ ਸਾਧੂ ਸੰਤਾਂ ਨੇ ਵੀ 2 ਦਿਨ ਤੋਂ ਕੁਝ ਨਹੀਂ ਖਾਧਾ ਸੀ, ਕਬੀਰ ਨੇ ਵੀ ਨਹੀਂ ਖਾਧਾ ਸੀ। ਜਦੋਂ ਕਬੀਰ ਦੇ ਘਰ ਆਏ ਤੇ ਉਹਨਾਂ ਨੇ ਸੋਚਿਆ ਵੀ ਕਬੀਰ ਜ਼ਰੂਰ ਕੁਛ ਨਾ ਕੁਛ ਦੇਣਗੇ। ਭਗਤ ਦੀ ਵਡਿਆਈ ਦੇਖੋ, ਚੁੱਪ ਹੋ ਗਏ, ਨਾਲੇ ਉਹ ਉਦਾਸ ਵੀ ਹੋ ਗਏ ਕਿ ਚਲੋ ਰੱਬ, ਹੇ ਰਾਮ, ਮੈਂ ਕੁਛ ਨਾ ਖਾਵਾਂ, ਪਰ ਜਿਹੜੇ ਮੇਰੇ ਘਰ ਮਹਿਮਾਨ ਆਏ ਨੇ ਉਹ ਤੇ ਭੁੱਖੇ ਨਾ ਜਾਣ, ਉਹ ਤੇ ਭੁੱਖੇ ਨਾ ਜਾਣ। ਉਦਾਸੀ ਦੇ ਵਿੱਚ ਉਹਨਾਂ ਦੇ ਮੁੱਖੋਂ ਸ਼ਬਦ ਉਚਾਰਨ ਹੋਇਆ। ਭਗਤ ਕਬੀਰ ਦੀ ਵਡਿਆਈ ਸ਼ਬਦ ਉਚਾਰ ਕੀਤਾ। ਰਾਗ ਸੋਰਠ ਵਿੱਚ ਹੈ, ਭੂਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ। ਹਉ ਮਾਂਗੂ ਸੰਤਨ ਰਹਿਣਾ, ਮੈਂ ਨਾ ਹੀ ਕਿसी का देना। माधो कैसी बने तुम संगे, आप ना देवता लेवो मंगे। रहाऊ दे सिर मांगू चूना, पाओ घियो सगलूना। अध सिर मांगू दाले, मुख दोनों वक्त जिवाले। काठ मंगू चौपाई, सेहराना अवर तुलाई। ऊपर को मांगू खींदा, तेरी भगत करे जन थींदा। मैं नाही किता लभो, एक नाम तेरा मैं पब्बो। कह कबीर मन मानिया तौ हर जानिया। कबीर ने ये शब्द उच्चारण करके उदास हो गए। इस शब्द विच कबीर जी आखदे ने, भगत जी आखदे ने, हे रब, मैं ते तो कुछ नहीं मंगदा, पर भुखे पेट मैं भगती कैवें करा। भुखे पेट मैं भगती कैवें करा। जे कुछ आने नहीं जाएगा ते मस्तक कित्थों कारज करेगा, कित्थों काम करेगा। हे सतगुरु, भुखे पेट ते भगती नहीं हुंदी, भुखे पेट भगती नहीं हुंदी सतगुरु। ਹੁਣ ਜਿਹੜੇ ਸੰਤ ਆਏ ਨੇ ਮੇਰੇ ਘਰ ਦੇ ਵਿੱਚ, ਮੈਂ ਇਹਨਾਂ ਨੂੰ ਕੀ ਖਵਾਵਾਂ। ਕਿਸੇ ਨੇ ਮੈਨੂੰ ਕਰਜ਼ਾ ਵੀ ਨਹੀਂ ਦੇਣਾ, ਕਿਉਂਕਿ ਇੰਨਾ ਗਰੀਬ ਹਾਂ। ਕਿਸ ਨੇ ਦੇਣਾ ਮੈਨੂੰ ਕਰਜ਼ਾ? ਮੈਂ ਤੇ ਚਲੋ ਭੁੱਖਾ ਰਹਿ ਜਾਵਾਂ, ਹੁਣ ਸੰਤਾਂ ਨੂੰ ਖਾਲੀ ਹੱਥ ਕਿਵੇਂ ਭੇਜਾਂ। ਈਸ਼ਵਰ, ਜੇ ਤੂੰ ਐਵੇਂ ਕਰੇਗਾ ਤੇ ਤੇਰੀ ਮੇਰੀ ਨਹੀਂ ਨਿਭਣੀ ਈਸ਼ਵਰ। ਮੈਂ ਤੇਰੇ ਕੋਲ ਕੁਛ ਨਹੀਂ ਮੰਗਦਾ ਈਸ਼ਵਰ। 2 ਸੇਰ ਆਟਾ ਮੰਗਦਾ ਵਾਂ, 1 ਭਾਵ ਘੀ ਮੰਗਦਾ ਵਾਂ, ਥੋੜ੍ਹਾ ਜਿਹਾ ਨਮਕ ਮੰਗਦਾ ਵਾਂ, ਬਸ
ਇਸੇ ਦੇ ਨਾਲ ਹੀ ਨਹੀਂ ਨਾ ਚੱਲਣਾ, ਇਸ ਦੇ ਨਾਲ ਹੀ ਨਹੀਂ ਚੱਲਣਾ। ਮੈਨੂੰ ਚਾਰਪਾਈ ਵੀ ਦੇ ਸੌਣ ਲਈ, ਸਿਰਹਾਣਾ ਵੀ ਦੇ, ਮੈਨੂੰ ਤਲਾਈ ਵੀ ਦੇ, ਤੇ ਰਜਾਈ ਵੀ ਦੇ ਉੱਡਣ ਨੂੰ। ਮੈਂ ਇਹੀ ਮੰਗਦਾ ਵਾਂ, ਮੈਂ ਜ਼ਿਆਦਾ ਕੁਛ ਨਹੀਂ ਮੰਗਦਾ। ਮੈਂ ਤੇਰੇ ਕੋ ਹੀਰੇ ਮੋਤੀ ਨਹੀਂ ਮੰਗਦਾ ਈਸ਼ਵਰ, ਤੇਰੇ ਕੋ ਹੀਰੇ ਮੋਤੀ ਨਹੀਂ ਮੰਗਦਾ। ਮੈਂ ਲੋਭ ਨਹੀਂ ਕਰਦਾ ਈਸ਼ਵਰ, ਤੂੰ ਤੇ ਘਟਾਂ ਦੀ ਜਾਣਦਾ ਹੈ, ਮਨਾਂ ਦੇ ਅੰਦਰ ਵਾਚ ਕਰਦਾ ਹੈ, ਸਭ ਦੀ ਜਾਣਦਾ ਹੈ, ਜੀਵ ਜੰਤੂਆਂ ਦੀ। ਮੈਂ ਤੇ ਬਸ ਤੇਰਾ ਨਾਮ ਮੰਗਦਾ, ਇੰਨਾ ਮੰਗਦਾ ਵਾਂ ਕਿ ਮੇਰੇ ਘਰ ਕੋਈ ਆ ਜਾਵੇ, ਉਹ ਭੁੱਖਾ ਨਾ ਜਾਵੇ ਮੇਰੇ ਰਾਮ। ਮੈਂ ਇਹੀ ਮੰਗਦਾ ਗਾ। ਬਸ ਇਹੀ ਸ਼ਬਦ ਉਚਾਰਨ ਕਰਕੇ ਕਬੀਰ ਇਸ ਸ਼ਬਦ ਦੇ ਵਿੱਚ ਉਹ ਸ਼ਿਕਾਇਤ ਕਰਨੇ ਰੱਬ ਨੂੰ, ਰੱਬ ਇਹਨਾਂ ਤੇ ਦੇ ਦੇ ਕਿ ਮੈਂ ਕੁਛ 2 ਬੁਰਕੀ ਅੰਨ ਖਾ ਲਵਾਂ, ਲੇਕਿਨ ਮੇਰੇ ਘਰ ਜੋ ਸਾਧੂ ਸੰਤ ਆਉਂਦੇ ਨੇ ਉਹਨਾਂ ਨੂੰ ਵੀ ਤੇ ਕੁਛ ਦੇ ਸਕਾਂ, ਕੁਛ ਦੇ ਸਕਾਂ। ਉਦਾਸ ਹੋਏ, ਘਰੋਂ ਬਾਹਰ ਤੁਰ ਪਏ, ਨਦੀ ਦੇ ਕੰਢੇ 'ਤੇ ਜਾ ਕੇ ਬੈਠੇ ਤੇ ਰੱਬ ਨਾਲ ਮਨ ਦੇ ਵਿੱਚ ਗੱਲਾਂ ਕਰਦੇ ਰਹੇ। ਹੇ ਰਾਮ, ਐਵੇਂ ਨਾ ਕਰ, ਨਾ ਕਰ, ਮੈਨੂੰ ਭਾਵੇਂ ਭੁੱਖਾ ਰੱਖ ਦੇ, ਪਰ ਜਿਹੜੇ ਮੇਰੇ ਘਰ ਆਉਂਦੇ ਨੇ, ਹੇ ਸਤਿਗੁਰੂ, ਹੇ ਰਾਮ, ਉਹ ਭੁੱਖੇ ਨਾ ਜਾਣ, ਇੰਨੀ ਦਇਆ ਕਰ ਦੇ। ਸੁੱਤੇ ਸੀ ਨਦੀ ਦੇ ਕਿਨਾਰੇ, ਬੈਠੇ ਬੈਠੇ ਥੱਕ ਗਏ ਤੇ ਫਿਰ ਸੌਂ ਗਏ। ਸੌਂ ਕੇ ਜਦ ਅਚਾਨਕ ਕੁਝ ਆਵਾਜ਼ ਜੀ ਹੋਈ ਤੇ ਉੱਠ ਪਏ। ਉਹਨਾਂ ਨੇ ਦੇਖਿਆ ਇੱਕ ਸੋਹਣਾ ਜਿਹਾ ਲਿਬਾਸ ਵਿੱਚ ਬੰਦਾ ਉਹਦੇ ਸਾਹਮਣੇ ਖੜਾ ਹੈ। ਉਹਨੇ ਦੇਖਿਆ, ਅੱਖਾਂ ਖੋਲ੍ਹੀਆਂ ਤੇ ਉਹਨੇ ਦੇਖਿਆ ਇਹ ਸੋਹਣਾ ਜਿਹਾ ਕੌਣ ਹੈ ਬੰਦਾ। ਉੱਠ ਕੇ ਬੈਠ ਗਏ। ਉਸ ਬੰਦੇ ਨੇ ਹੱਸ ਕੇ ਕਿਹਾ, ਮੈਂ ਕਾਸ਼ੀ ਦੇ ਰਾਜਾ ਦਾ ਦੀਵਾਨ ਹਾਂ, ਰਾਜਾ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ, ਤੇਰੇ ਕੋਲ ਭੇਜਿਆ ਹੈ। ਕਬੀਰ ਭਗਤ ਨੇ ਪੁੱਛਿਆ, ਹੇ ਦੀਵਾਨ ਜੀ, ਕੀ ਕੰਮ ਹੈ ਮੇਰੇ ਨਾਲ, ਕੀ ਕੰਮ ਹੈ? ਦੀਵਾਨ ਬੋਲਿਆ, ਮੈਂ ਕਬੀਰ ਨੂੰ 500 ਰੁਪਏ ਦੇਣੇ ਨੇ, ਉਹਦੇ ਖਾਤੇ ਵਿੱਚ ਨਿਕਲਦੇ ਨੇ। ਕਬੀਰ ਹੈਰਾਨ, ਕਬੀਰ ਹੈਰਾਨ, 500 ਰੁਪਏ ਮੇਰੇ ਨਿਕਲਦੇ ਨੇ? ਸੋਚਦਾ ਰਿਹਾ, ਜਦ ਤੱਕ ਸੋਚਿਆ ਉਸਨੇ 500 ਮੋਹਰਾਂ ਕੱਢ ਕੇ ਉਹਦੇ ਹੱਥ 'ਚ ਰੱਖ ਦਿੱਤੀਆਂ। ਮਾਫ਼ ਕਰਨਾ, 500 ਰੁਪਏ ਦੀ ਥੈਲੀ ਉਹਦੇ ਹੱਥ ਵਿੱਚ ਰੱਖ ਦਿੱਤੀ। ਖੁਸ਼ੀ ਵੀ ਹੋਈ ਕਬੀਰ ਨੂੰ, ਹੈਰਾਨੀ ਵੀ ਹੋਈ। ਫਿਰ ਉਹ ਇੱਧਰ ਉੱਧਰ ਦੇਖਣ ਲੱਗਾ। ਜਦ ਉਹ ਦੇਖ ਰਿਹਾ ਸੀ ਤੇ ਪਿੱਛੇ ਮੁੜ ਕੇ ਦੇਖਿਆ ਤੇ ਉਹ ਦੀਵਾਨ ਵੀ ਅਲੋਪ ਹੋ ਗਿਆ, ਅਲੋਪ ਹੋ ਗਿਆ। ਕਬੀਰ ਨੇ ਦੇਖਿਆ ਇਹ ਤੇ ਚਮਤਕਾਰ ਹੈ। ਤੇ ਥੋੜ੍ਹੀ ਦੇਰ ਬਾਅਦ ਉਹ ਉੱਥੋਂ ਉੱਠ ਕੇ ਸੋਚਦੇ ਰਹੇ, ਕਾਸ਼ੀ ਦੇ ਰਾਜਾ ਦੇ ਕੋਲ ਮੇਰੇ 500 ਰੁਪਏ। ਉਹਨਾਂ ਦੇ ਮਨ 'ਚ ਕਾਫੀ ਵਿਚਾਰ ਆਏ ਵੀ ਇਹ ਕਿਵੇਂ ਹੋ ਸਕਦਾ ਹੈ, ਕਿਤੇ ਉਹ ਮੈਨੂੰ ਪੈਸੇ ਗਲਤੀ ਨਾਲ ਤੇ ਨਹੀਂ ਦੇ ਗਿਆ। ਇਹ ਸੋਚਦਿਆਂ ਰਾਜ ਦਰਬਾਰ ਦੀ ਤਰਫ ਚੱਲ ਗਿਆ। ਉਹ ਦੀਵਾਨ ਸਾਹਿਬ ਦੇ ਕੋਲ ਜਾ ਕੇ ਖੜਾ ਹੋ ਗਿਆ। ਉਸਨੇ ਪੁੱਛਿਆ, ਇਹ ਦੀਵਾਨ ਜੀ, ਮੇਰੇ ਕੋਈ ਖਾਤੇ ਵਿੱਚ 500 ਰੁਪਏ ਨਿਕਲਦੇ ਨੇ? ਉਹਨੇ ਦੇਖਿਆ ਦੀਵਾਨ ਤੇ ਬਹੁਤ ਬਜ਼ੁਰਗ ਹੈ। ਉਹਨੇ ਸਾਰੀ ਗੱਲ ਸੁਣਾਈ ਵੀ ਐਵੇਂ ਕਰਕੇ ਕੋਈ ਆਇਆ ਸੀ, ਉਹਨਾਂ ਨੇ ਕਿਹਾ ਤੁਸੀਂ ਮੈਨੂੰ 500 ਰੁਪਏ ਦਿੱਤੇ ਨੇ। ਉਹਨੇ ਕਿਹਾ, ਉਹਨੇ ਬੁੱਕ ਚੁੱਕ ਲਈ, ਖਾਤੇ ਦੀ ਬੁੱਕ ਜਿਹੜੀ। ਜਦੋਂ ਉਹਨੇ ਦੇਖਿਆ ਕਿ ਭਈ ਐਵੇਂ ਕਬੀਰ ਨਾਮ ਦੇ ਬੰਦੇ ਦਾ ਤੇ ਕੋਈ 500 ਰੁਪਇਆ ਨਹੀਂ ਨਿਕਲਦਾ ਹੈ, ਕੋਈ ਨਹੀਂ ਨਿਕਲਦਾ ਹੈ। ਉਹਨਾਂ ਨੇ ਕਿਹਾ, ਬਈ ਅੱਜ ਕੱਲ੍ਹ ਤੇਰਾ ਰਿਸ਼ਤੇਦਾਰੀ ਜ਼ਿਆਦਾ ਹੋ ਗਈ ਹੈ ਲੋਕਾਂ ਨਾਲ, ਇਸ ਕਰਕੇ ਕਿਸੇ ਨੇ ਤੇਰੇ ਨਾਲ ਮਜ਼ਾਕ ਕੀਤਾ ਹੋਏਗਾ। ਕਬੀਰ ਸੋਚਦੇ ਵਾਪਸ ਆ ਗਏ ਘਰ ਨੂੰ। ਉਹਨਾਂ ਨੇ ਪਹਿਲੇ ਤੇ ਉਸ
100 ਰੁਪਏ ਦਾ ਰਾਸ਼ਨ ਲਿਆ ਤੇ ਬੈਲ ਗੱਡੀ ਵਿੱਚ ਰੱਖ ਲਿਆ। ਬਾਕੀ ਦੇ ਜਿਹੜੇ ਪੈਸੇ ਸੀ ਕਬੀਰ ਜੀ ਨੇ ਉਹ ਥੈਲੀ ਵਿੱਚ ਰੱਖ ਲਏ ਤੇ ਸਾਰੇ ਪੈਸਿਆਂ ਦਾ ਜਾਂ ਲੰਗਰ ਉਹਨਾਂ ਨੇ 100 ਰੁਪਏ ਦਾ ਲੰਗਰ ਖਰਚ ਜਿੰਨਾ ਵੀ ਉਹਨਾਂ ਨੇ ਖਰੀਦਿਆ ਉਹਨਾਂ ਦਾ ਰਾਸ਼ਨ ਪਾਣੀ ਬਣਾ ਕੇ ਲੰਗਰ ਬਣਾ ਕੇ ਸਾਧੂ ਸੰਤਾਂ ਨੂੰ ਖਵਾਇਆ। ਫਿਰ ਉਹਨਾਂ ਨੇ ਸਾਧੂ ਸੰਤੂ ਨੂੰ ਇਹ ਕਥਾ ਸੁਣਾਈ, ਰਾਮ ਨਾਮ ਦੇ ਵਿੱਚ ਕਿੰਨੀ ਵਡਿਆਈ ਹੈ, ਕਿੰਨੀ ਵਡਿਆਈ ਹੈ। ਮੈਂ ਸ਼ਬਦ ਗਾਇਆ, ਉਹਨਾਂ ਨਾਲ ਰਾਮ ਜੀ ਦੇ ਨਾਲ ਵਚਨ ਕੀਤੇ, ਪਰ ਉਹਨਾਂ ਨੇ ਮੇਰੀ ਸੁਣ ਲਈ। ਇਹ ਮੇਰੇ ਰਾਮ ਦੀ ਕਿਰਪਾ ਹੈ, ਇਹ ਮੇਰੇ ਰਾਮ ਦੀ ਕਿਰਪਾ ਹੈ। ਇਹ ਉਹਨਾਂ ਨੇ ਹੀ ਦੀਵਾਨ ਦੇ ਰੂਪ ਦੇ ਵਿੱਚ ਆ ਕੇ ਮੈਨੂੰ 500 ਰੁਪਏ ਦਿੱਤੇ, ਕਿਉਂਕਿ ਮੈਂ ਉਹਨਾਂ ਨੂੰ ਕਿਹਾ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੇ ਲੀਜੇ। ਬਈ ਮੈਨੂੰ ਆਰਾਮ ਵੀ ਤੇ ਚਾਹੀਦਾ ਹੈ, ਮੈਂ ਸੋਵਾਂਗਾ ਕਿੱਥੇ? ਬਿਨਾਂ ਰੋਟੀ ਖਾਏ ਤੇ ਮੈਂ ਨਾਮ ਕਿਵੇਂ ਜਪਾਂਗਾ, ਨਾਮ ਕਿਵੇਂ ਜਪਾਂਗਾ? ਇਸ ਕਰਕੇ ਈਸ਼ਵਰ ਨੇ ਦੀਵਾਨ ਦੇ ਰੂਪ ਦੇ ਵਿੱਚ ਦਰਸ਼ਨ ਦੇ ਕੇ ਕਬੀਰ ਨੂੰ 500 ਰੁਪਏ ਦਿੱਤੇ। ਤੇ ਇਹਦੇ ਕਥਾ ਦੇ ਵਿੱਚ ਇਹ ਦੱਸਿਆ ਗਿਆ ਹੈ, ਜਿਹੜਾ ਵੀ ਰਾਮ ਦੀ ਭਗਤੀ ਦੇ ਵਿੱਚ ਰਹਿੰਦਾ ਹੈ ਲੀਨ, ਸਵੈਂ ਈਸ਼ਵਰ ਪ੍ਰਗਟ ਹੋ ਕੇ ਉਸ ਭਗਤ ਦੀ ਰੱਖਿਆ ਕਰਦੇ ਨੇ, ਜਿਵੇਂ ਭਗਤ ਕਬੀਰ ਦੀ ਰੱਖਿਆ ਕੀਤੀ। ਮਨੁੱਖ ਮੰਦਰ ਜਾਂਦਾ ਹੈ, ਗੁਰਦੁਆਰੇ ਜਾਂਦਾ ਹੈ, ਅਰਦਾਸ ਭੇਟ ਕਰਦਾ ਹੈ, ਪਰ ਉਹਦੇ ਮਨ ਦੇ ਵਿੱਚ ਸ਼ੰਕਾ ਰਹਿ ਜਾਂਦੀ ਹੈ ਵੀ ਮੈਂ ਜੋ ਰੱਬ ਕੋ ਮੰਗ ਰਿਹਾ ਉਹ ਮੈਨੂੰ ਦੇਗਾ ਕਿ ਨਹੀਂ ਦੇਗਾ। ਜਿੱਥੇ ਸ਼ੰਕਾ ਹੋ ਜਾਣੀ ਹੈ ਫਿਰ ਉਸਨੇ ਸਾਧ ਸੰਗਤ ਨੂੰ ਨਹੀਂ ਦੇਣਾ। ਜਦ ਤੱਕ ਅਟੂਟ ਵਿਸ਼ਵਾਸ ਨਹੀਂ ਹੋਏਗਾ ਉਸ ਰਾਮ ਤੇ, ਉਸ ਵਾਹਿਗੁਰੂ ਤੇ, ਉਸ ਹਰੀ ਤੇ, ਤਾਂ ਤੱਕ ਰੱਬ ਨਹੀਂ ਦਿੰਦਾ। ਕਬੀਰ ਦਾ ਵਿਸ਼ਵਾਸ ਸੀ, ਹਰ ਵੇਲੇ ਵਿਸ਼ਵਾਸ ਕਰਦੇ ਸੀ। ਜਨਮ ਤੋਂ ਹੀ ਐਵੇਂ ਸੀ, ਜਨਮ ਤੋਂ ਹੀ ਐਵੇਂ ਸੀ। ਛੋਟੇ ਸੀ 4 ਸਾਲ ਦੇ, ਛੋਟੇ ਸੀ 4 ਸਾਲ ਦੇ, ਆਪਣੇ ਦੋਸਤਾਂ ਨਾਲ ਖੇਡਦੇ ਸੀ। ਇੱਕ ਦਿਨ ਕੀ ਹੋਇਆ, ਉਹਨਾਂ ਦਾ ਦੋਸਤ ਰਹੀਮ ਦੇ ਘਰ ਬਾਹਰ ਜਾ ਕੇ ਉਹਨੇ ਆਵਾਜ਼ ਲਗਾਈ, ਰਹੀਮ ਚੱਲ ਖੇਡਣ ਚੱਲੀਏ। ਪਰ ਉਹਦੇ ਪਿਤਾ ਨੇ ਕਿਹਾ ਬਈ ਰਹੀਮ ਅੱਜ ਬਿਮਾਰ ਹੈ, ਉਹ ਅੱਜ ਨਹੀਂ ਖੇਡ ਪਾਏਗਾ। ਤੇ ਭਗਤ ਕਬੀਰ ਨੇ ਕਿਹਾ, ਬਚਪਨ ਦੇ ਵਿੱਚ 4 ਸਾਲ ਦੇ ਛੋਟੇ ਮਾਸੂਮ ਸੀ, ਬਹੁਤ ਸੋਹਣੇ ਲੱਗਦੇ ਸੀ, ਚਿਹਰੇ ਤੋਂ ਬਹੁਤ ਚਮਕ ਸੀ, ਚਿਹਰਾ ਉਹਨਾਂ ਦਾ, ਸਰੀਰ ਉਹਨਾਂ ਦਾ ਗੋਰਾ ਸੀ। ਉਹ ਕਹਿੰਦੇ ਮੈਂ ਮਿਲ ਸਕਦਾ ਰਹੀਮ ਨੂੰ? ਉਹਨਾਂ ਨੇ ਕਿਹਾ ਠੀਕ ਹੈ, ਤੂੰ ਅੰਦਰ ਆ ਜਾ। ਜਦ ਅੰਦਰ ਗਏ, ਰਹੀਮ ਨੂੰ ਕਿਹਾ, ਰਹੀਮ ਤੂੰ ਤੇ ਬਿਮਾਰ ਨਹੀਂ ਹੈ, ਕਿਉਂ ਲੇਟਾ ਪਿਆ ਹੈ, ਖੜਾ ਹੋ। ਰਹੀਮ ਨੇ ਜਦ ਆਵਾਜ਼ ਸੁਣੀ ਉੱਠ ਬੈਠਾ। ਉਸ ਨੂੰ ਲੱਗਿਆ ਕਿ ਮੈਂ ਠੀਕ ਲੱਗ ਰਿਹਾ, ਮੈਂ ਤੇ ਬਿਮਾਰ ਨਹੀਂ ਹਾਂ। ਦੇਖੋ ਭਗਤ ਕਬੀਰ ਨੇ ਸਿਰਫ ਉਹਦਾ ਨਾਂ ਲਿਆ, ਬਚਪਨ ਤੋਂ ਹੀ ਕੌਤਕ ਕਰਦੇ ਸੀ, ਬਚਪਨ ਤੋਂ ਹੀ ਕੌਤਕ ਕਰਦੇ ਸੀ। ਨਾਮ ਲਿਆ ਤੇ ਉੱਠ ਖੜਾ ਹੋਇਆ। ਉਸਨੇ ਫਿਰ ਉਸ ਨੂੰ, ਰਹੀਮ ਨੂੰ ਹੱਥ ਫੜ ਕੇ ਥੋੜ੍ਹਾ ਜਿਹਾ ਛੂਹ ਲਿਆ। ਛੂਹਣ ਕਰਕੇ ਉਹ ਪੂਰੀ ਬਿਮਾਰੀ ਉਹਨਾਂ ਦੀ ਠੀਕ ਹੋ ਗਈ। ਇਹਦਾ ਭਾਵ ਇਹ ਹੋਇਆ, ਜਿਹੜੇ ਰਾਮ ਦੇ ਨਾਲ ਪਿਆਰ ਕਰਦੇ ਨੇ ਉਹ ਦੂਜਿਆਂ ਲਈ ਅਰਦਾਸ ਵੀ ਕਰਨ ਤੇ ਉਹ ਪੂਰਨ ਹੁੰਦੀ ਹੈ। ਜਿਹੜਾ ਵੀ ਰਾਮ ਦੇ ਨਾਮ ਤੇ ਵਿਸ਼ਵਾਸ ਕਰਦਾ ਹੈ, ਰਾਮ ਦੇ ਨਾਮ ਤੇ ਵਿਸ਼ਵਾਸ ਕਰਦਾ ਹੈ, ਉਹਦੀ ਇੱਛਾ ਪੂਰੀ ਹੁੰਦੀ ਹੈ। ਜਿਹੜਾ ਰਾਮ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਉਹਦੀ ਰੱਖਿਆ ਕਰਦੇ ਨੇ। ਭਾਵੇਂ ਉਸ ਨੂੰ ਰੋਟੀ ਦਿੰਦੇ ਨੇ, ਕਿਸੇ ਨਾ ਕਿਸੇ ਬਹਾਨੇ, ਕੋਈ ਨਾ ਕੋਈ ਆ ਕੇ ਉਸ ਨੂੰ ਪੈਸੇ ਦਿੰਦਾ ਹੈ। ਜਿਵੇਂ ਇਸ ਭਗਤ ਕਬੀਰ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਹੈ। ਤੇ ਐਵੇਂ ਹੀ ਜੇ ਰੱਬ ਦੀ ਭਗਤੀ ਕਰਨੀ ਹੈ ਤੇ ਅਟੂਟ ਵਿਸ਼ਵਾਸ ਕਰਨਾ ਹੈ, ਦਾਨ ਕਰਨਾ ਹੈ ਤੇ ਸੰਕੋਚ ਨਹੀਂ ਕਰਨਾ ਵੀ ਮੈਂ ਦਾਨ ਕੀਤਾ ਹੈ। ਜੇ ਤੁਸੀਂ ਮਨ ਵਿੱਚ ਸੋਚ ਲਿਆ ਕਿ ਮੈਂ ਦਾਨ ਕਰਦਾ ਵਾਂ ਤੇ ਉਹ ਦਾਨ ਨਹੀਂ, ਅਹੰਕਾਰ ਹੋ ਜਾਂਦਾ ਹੈ। ਦੇਖੋ ਮੈਂ ਬੋਲ ਰਹੀ ਹੈ, ਮੈਂ ਦਿੱਤਾ,
ਮੈਂ ਦਾਨ ਦਿੱਤਾ, ਮੈਂ ਆ ਗਈ, ਤੇ ਮੈਂ ਹੀ ਅਹੰਕਾਰ ਹੁੰਦਾ ਹੈ, ਤੇ ਇਸ ਮੈਂ ਤੋਂ ਬਚਣਾ ਹੈ। ਕਹਿੰਦੇ ਦਾਨ ਵੀ ਉਹ ਹੁੰਦਾ ਹੈ ਜਿਹੜਾ ਇੱਕ ਹੱਥ ਦਵੇ, ਦੂਜੇ ਹੱਥ ਨੂੰ ਪਤਾ ਨਾ ਚੱਲੇ ਕਿ ਇਹ ਹੱਥ ਨੇ ਦਾਨ ਦਿੱਤਾ ਹੈ। ਤੇ ਵਾਹਿਗੁਰੂ ਕਿਰਪਾ ਕਰੇ। ਕਥਾ ਨੂੰ ਇੱਥੇ ਹੀ ਸਮਾਪਤੀ ਕਰਦੇ ਹਾਂ। ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਸਾਹਿਬ ਜੀ ਨੂੰ ਰਾਮ ਦੇ ਨਾਮ ਨਾਲ, ਉਸ ਹਰੀ ਦੇ ਨਾਮ ਨਾਲ, ਵਾਹਿਗੁਰੂ ਦੇ ਨਾਮ ਨਾਲ ਸਾਧ ਸੰਗਤ ਨੂੰ ਜੋੜੇ ਤੇ ਚੰਗੇ ਕਰਮ ਕਰਨ। ਸਾਧ ਸੰਗਤ ਜੀ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।